ने मेरी और ਤੁਹਾਡੀ ਜ਼ਿੰਦਗੀ ਦੇ ਵਿੱਚ ਸਮਾਂ ਦਿੱਤਾ ਕਿ ਅਸੀਂ ਇਸ ਪਰਿਵਾਰ ਦੇ ਨਾਲ ਮਿਲ ਕੇ ਖੁਦਾ ਦੀ ਮਹਿਮਾ ਉਹਦੀ ਉਸਤਤ ਕਰ ਸਕੀਏ। ਹਾਲੇਲੂਇਆ ਹਾਲੇਲੂਇਆ। तो ਅੱਜ ਜੋ ਇਸ ਘਰ ਦੇ ਵਿੱਚ ਬੰਦਗੀ ਰੱਖੀ ਗਈ ਆ ਉਹਦਾ ਇੱਕ ਮਕਸਦ ਆ ਕਿ ਕੁਝ ਦਿਨਾਂ ਦੇ ਬਾਅਦ ਜਿਹੜੇ ਆ ਸਾਡੇ ਭਾਈ ਤਰਸੇਮ ਆਪਣੇ ਕਾਰੋਬਾਰ ਦੇ ਲਈ ਜੰਮੂ ਜਾਣਾ ਆ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਚਾਹਿਆ ਕਿ ਅਸੀਂ ਖੁਦਾ ਦੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਸ਼ੁਕਰਗੁਜ਼ਾਰੀ ਦੀ ਜਿਹੜੀ ਬੰਦਗੀ ਕਰਾਈ ਜਾਏ। ਹਾਲੇਲੂਇਆ ਔਰ ਬਹੁਤ ਚੰਗੀ ਗੱਲ ਆ, ਬਹੁਤ ਅੱਛੀ ਗੱਲ ਆ ਕਿ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਖੁਦਾ ਦਾ ਨਾਮ ਲੈਣਾ ਬੜਾ ਜ਼ਰੂਰੀ ਹੈ। ਖੁਦਾ ਦਾ ਧੰਨਵਾਦ ਕਰਨਾ ਬੜਾ ਜ਼ਰੂਰੀ ਆ ਔਰ ਇਸ ਲਈ ਜਿੰਨੇ ਜਾਣੇ ਵੀ ਅਸੀਂ ਬੈਠੇ ਆ ਜੋ ਪ੍ਰਭੂ ਨੇ ਇਸ ਪਰਿਵਾਰ ਦੇ ਲਈ ਤੁਹਾਡੇ ਲਈ ਸਭ ਦੇ ਲਈ ਜੋ ਵਚਨ ਦਿੱਤਾ ਆ ਉਸ ਵਚਨ ਤੇ ਅਸੀਂ ਥੋੜਾ ਸਮਾਂ ਵਿਚਾਰ ਕਰਾਂਗੇ। ਹਾਲੇਲੂਇਆ ਹਾਲੇਲੂਇਆ। ਔਰ ਆइए ਅਸੀਂ ਬਾਈਬਲ ਦੇ ਵਿੱਚੋਂ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਪੜਾਂਗੇ ਦੂਸਰਾ ਰਾਜਾ 4 ਬਾਬ ਉਹਦਾ 8 ਵਚਨ ਅਸੀਂ ਪੜਾਂਗੇ। ਇੱਕ ਦਿਨ ਆਇਆ ਹੋਇਆ ਲਿਖਿਆ ਇੱਕ ਦਿਨ ਐਉਂ ਹੋਇਆ ਪਈ ਅਲੀਸ਼ਾ ਸ਼ੁਨੇਮ ਵੱਲੋਂ ਦੀ ਹੋ ਕੇ ਲੰਘਿਆ। ਅਲੀਸ਼ਾ ਪ੍ਰਭੂ ਦਾ ਦਾਸ ਸਲੇਮ ਵੱਲੋਂ ਦੀ ਹੋ ਕੇ ਲੰਘਿਆ ਜਿੱਥੇ ਇੱਕ ਮੰਨੀ ਦੰਨੀ ਇਸਤਰੀ ਸੀ। ਲਿਖਿਆ ਕਿ ਉੱਥੇ ਇੱਕ ਮੰਨੀ ਦੰਨੀ ਕੀ ਹੀ ਇਸਤਰੀ। ਮੰਨੀ ਦੰਨੀ ਕਹਿਣ ਤੋਂ ਭਾਵ ਕੀ ਆ ਕਿ ਅੱਜ ਵੀ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਲਾ ਲਓ ਕੋਈ ਨਾ ਕੋਈ ਮੰਨਿਆ ਦੰਨਿਆ ਹੁੰਦਾ ਆ। ਕਿਸੇ ਦੀ ਨਾ ਕਿਸੇ ਦੀ ਪਹੁੰਚ ਜਿਹੜੀ ਆ ਦੂਰ ਤੱਕ ਹੁੰਦੀ ਆ, ਉਹਦਾ ਪਿੰਡ ਦੇ ਵਿੱਚ ਨਾਂ ਹੁੰਦਾ ਆ। ਔਰ ਇਸੇ ਤਰੀਕੇ ਨਾਲ ਇਹ ਵੀ ਔਰਤ ਜਿਹੜੀ ਆ ਆਪਣੇ ਇਲਾਕੇ ਦੇ ਵਿੱਚ ਮੰਨੀ ਦੰਨੀ ਸੀ। ਇੱਕ ਮੰਨੀ ਦੰਨੀ ਇਸਤਰੀ ਉਹਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ ਔਰ ਉਸ ਔਰਤ ਨੇ ਪ੍ਰਭੂ ਦੇ ਦਾਸ ਅਲੀਸ਼ਾ ਨੂੰ ਰੋਟੀ ਖਾਣ ਦੇ ਲਈ ਕੀ ਕੀਤਾ ਸੀ? ਮਜਬੂਰ ਕੀਤਾ। ਫਿਰ ਐਉਂ ਹੋਇਆ ਜਦ ਕਦੀ ਉਹ ਉਧਰੋਂ ਦੀ ਲੰਘਦਾ ਸੀ ਉਹ ਫਿਰ ਜਦ ਕਦੀ ਵੀ ਉਧਰੋਂ ਦੀ ਕੀ ਕਰਦਾ ਸੀ? ਲੰਘਦਾ ਸੀ। ਰੋਟੀ ਖਾਣ ਲਈ ਉਧਰੇ ਮੁੜ ਪੈਂਦਾ ਸੀ ਤੇ ਰੋਟੀ ਖਾਣ ਦੇ ਲਈ ਕੀ ਕਰਦਾ ਸੀ? ਉਧਰੇ ਹੀ ਮੁੜ ਪੈਂਦਾ ਸੀ ਕਿਉਂਕਿ ਉਸ ਔਰਤ ਦੀ ਉਸ ਤੀਵੀਂ ਦੀ ਜਿਹੜੀ ਖਿੱਚ, ਉਹਦਾ ਪਿਆਰ ਜਿਹੜਾ ਸੀ, ਜਿਹੜੀ ਉਹਦੀ ਮੁਹੱਬਤ ਪ੍ਰਭੂ ਦੇ ਦਾਸ ਦੇ ਨਾਲ ਕਿ ਉਹਦੀ ਇੱਜ਼ਤ ਕੀਤੀ ਜਾਵੇ, ਉਹਦਾ ਆਦਰ ਕੀਤਾ ਜਾਏ। ਔਰ ਉਹ ਪ੍ਰਭੂ ਦਾ ਦਾਸ ਜਿਹੜਾ ਸੀ ਜਦ ਕਦੇ ਵੀ ਉਧਰੋਂ ਦੀ ਲੰਘਦਾ ਸੀ ਤੇ ਉਸ ਘਰ ਦੇ ਵਿੱਚ ਰੋਟੀ ਖਾਣ ਦੇ ਲਈ ਜ਼ਰੂਰ ਕੀ ਕਰਦਾ ਸੀ? ਚਲਿਆ ਜਾਂਦਾ ਸੀ। ਹਾਲੇਲੂਇਆ ਹਾਲੇਲੂਇਆ। ਅੱਜ ਮੈਂ ਇੱਕ ਗੱਲ ਦੱਸਣੀ ਤੁਹਾਨੂੰ ਕਿ ਅਸੀਂ ਖੁਦਾ ਦੇ ਕੋਲੋਂ ਆਸ਼ੀਸ਼ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਬਰਕਤ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਹਾਲੇਲੂਇਆ ਹਾਲੇਲੂਇਆ। ਔਰ ਇਸ ਔਰਤ ਦੇ ਰਜੀਏ ਅਸੀਂ ਸਿੱਖਣਾ ਆ ਕਿ ਪ੍ਰਭੂ ਨੇ ਕਿਵੇਂ ਜਿਹੜੀ ਆ ਉਹਨੂੰ ਬਰਕਤ ਦਿੱਤੀ ਆ। ਹਾਲੇਲੂਇਆ ਹਾਲੇਲੂਇਆ। ਜਦੋਂ ਉਹ ਲੰਘਦਾ ਸੀ ਤੇ ਉਹਨੂੰ ਮਜਬੂਰ ਕੀਤਾ ਰੋਟੀ ਖਾਣ ਦੇ ਲਈ ਤੇ ਉਹਦੇ ਘਰ ਕੀ ਕਰਦਾ ਸੀ? ਰੋਟੀ ਖਾਣ ਦੇ ਲਈ ਚਲਾ ਜਾਂਦਾ ਸੀ। ਹਾਂ ਪੜਿਓ। ਤਦ ਉਹਨੇ ਆਪਣੇ ਪਤੀ ਨੂੰ ਆਖਿਆ। ਫਿਰ ਉਸ ਔਰਤ ਨੇ ਆਪਣੇ ਪਤੀ ਨੂੰ ਕੀ ਕੀਤਾ? ਆਖਿਆ ਵੇਖ ਭਈ ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ। ਇਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਦੀ ਕੀ ਕਰਦਾ ਆ? ਲੰਘਦਾ ਆ। ਹਿੰਦੀ ਦੇ ਵਿੱਚ ਲਿਖਿਆ ਆ ਇਹ ਜੋ ਬਾਰ-ਬਾਰ ਜਿਹੜਾ ਸਾਡੇ ਘਰ ਥਣੇ ਕੀ ਕਰਦਾ ਆ? ਲੰਘਦਾ ਆ। ਇਹ ਮੈਨੂੰ ਪਵਿੱਤਰ ਜਨ ਜਾਪਦਾ ਆ। ਪਰਮੇਸ਼ਰ ਦਾ ਪਵਿੱਤਰ ਜਨ ਜਾਪਦਾ ਹੈ। ਇਹ ਪਰਮੇਸ਼ਰ ਦਾ ਪਵਿੱਤਰ ਜਨ ਕੀ ਕਰਦਾ ਆ? ਜਾਪਦਾ ਆ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਰੱਬ ਦੇ ਲੋਕਾਂ ਦੀ ਪਹਿਚਾਨ ਜਿਹੜੀ ਆ ਉਹ ਵੱਖਰੀ ਹੁੰਦੀ ਆ ਔਰ ਰੱਬ ਦੇ ਲੋਕ ਜਿਹੜੇ ਨੇ, ਰੱਬ ਦੇ ਸੰਤ ਲੋਕ ਜਿਹੜੇ ਆ ਉਹ ਪਹਿਚਾਨੇ ਜਾਂਦੇ ਨੇ।
ਔਰ ਉਸਨੇ ਦੇਖਿਆ, ਉਸਦੀ ਡੀਲ ਡੌਲ ਦੇਖੀ, ਉਹਦਾ ਪਹਿਰਾਵਾ ਦੇਖਿਆ ਕਿ ਇਹ ਮੈਨੂੰ ਪਰਮੇਸ਼ਰ ਦਾ ਕੀ ਲੱਗਦਾ ਆ, ਪਵਿੱਤਰ ਜਨ ਕੀ ਕਰਦਾ ਆ। ਉਹ ਆਪਣੇ ਪਤੀ ਦੇ ਨਾਲ ਕੀ ਕਰ ਰਹੀ ਆ, ਆਪਣੇ ਘਰ ਵਾਲੇ ਦੇ ਨਾਲ ਗੱਲਾਂ ਕਰ ਰਹੀ ਆ ਕਿ ਇਹ ਮੈਨੂੰ ਪਰਮੇਸ਼ਰ ਦਾ ਪਵਿੱਤਰ ਜਨ ਕੀ ਕਰਦਾ ਆ, ਜਾਪਦਾ ਆ। ਹਾਂ, ਅਸੀਂ ਕੰਧ ਦੇ ਉੱਤੇ ਇੱਕ ਨਿੱਕਾ ਜਿਹਾ ਚੁਬਾਰਾ ਬਣਾਈਏ। ਇੰਜ ਕਰੀਏ ਫਿਰ ਅਸੀਂ ਕੰਧ ਦੇ ਉੱਤੇ ਇੱਕ ਅਸੀਂ ਕੀ ਬਣਾਈਏ, ਨਿੱਕਾ ਜਿਹਾ ਇੱਕ ਚੁਬਾਰਾ ਬਣਾਈਏ। ਕਿਹਦੇ ਵਾਸਤੇ? ਪ੍ਰਭੂ ਦੇ ਦਾਸ ਅਲੀਸ਼ਾ ਦੇ ਵਾਸਤੇ ਇੱਕ ਚੁਬਾਰਾ ਬਣਾਈਏ। ਆਪਣੇ ਘਰ ਵਾਲੇ ਦੇ ਨਾਲ ਸਲਾਹਾਂ ਕਰ ਰਹੀ ਆ। ਦੇਖੋ, ਮੰਨੀ ਦੰਨੀ ਇਸਤਰੀ ਆ ਉਹ, ਪਰ ਉਹਦੇ ਅੰਦਰ ਇੱਕ ਚੀਜ਼ ਆਈ ਕਿ ਮੈਂ ਮੰਨੀ ਦੰਨੀ ਤਾਂ ਹੈ, ਪਰ ਅੱਜ ਪ੍ਰਭੂ ਦੇ ਲੋਕਾਂ ਦੇ ਲਈ ਵੀ ਆਪਣੇ ਦਿਲ ਨੂੰ, ਆਪਣੇ ਘਰ ਨੂੰ ਖੋਲੀਏ, ਤਾਂ ਕਿ ਇਹਨਾਂ ਰੱਬ ਦੇ ਸੰਤਾਂ ਦੇ ਦੁਆਰਾ, ਇਸ ਪ੍ਰਭੂ ਦੇ ਦਾਸ ਦੇ ਦੁਆਰਾ ਸਾਡੇ ਘਰ ਦੇ ਵਿੱਚ ਬਰਕਤ ਆਏਗੀ, ਜਾਂ ਸਾਡੇ ਘਰ ਦੇ ਵਿੱਚ ਆਸ਼ੀਸ਼ ਆਏਗੀ। ਹਾਲੇਲੂਇਆ। ਜੋ ਦਿਲ ਤੋਂ ਪ੍ਰਭੂ ਦੇ ਦਾਸਾਂ ਦਾ ਆਦਰ ਕਰਦੇ ਨੇ, ਜੋ ਦਿਲ ਤੋਂ ਪ੍ਰਭੂ ਦੇ ਦਾਸਾਂ ਦੀ ਇੱਜ਼ਤ ਕਰਦੇ ਨੇ, ਆਦਰ ਭਾਵ ਕਰਦੇ ਨੇ, ਖੁਦਾ ਉਹਨਾਂ ਦੇ ਲਈ ਆਪਣੇ ਅਸਮਾਨ ਦੀਆਂ ਖਿੜਕੀਆਂ ਨੂੰ ਖੋਲ ਦਿੰਦਾ ਆ। ਹਾਲੇਲੂਇਆ। ਇਹ ਔਰਤ ਦੇ ਅੰਦਰ ਵੀ ਪ੍ਰਭੂ ਦੇ ਦਾਸ ਦੇ ਲਈ ਕੁਝ ਕਰਨ ਦੀ ਤਮੰਨਾ ਆ, ਇਹਦੇ ਅੰਦਰ ਕੁਝ ਕਰਨ ਦੀ ਚਾਹਤ ਆ ਕਿ ਮੈਂ ਪ੍ਰਭੂ ਦੇ ਦਾਸ ਦੀ ਸੇਵਾ ਕਰਾਂ, ਪ੍ਰਭੂ ਦੇ ਦਾਸ ਦਾ ਆਦਰ ਕਰੀਏ। ਉਹ ਆਪਣੇ ਪਤੀ ਦੇ ਨਾਲ ਕੀ ਕਰ ਰਹੀ ਆ, ਸਲਾਹ ਕਰ ਰਹੀ ਆ ਕਿ ਇਹ ਮੈਨੂੰ ਪਰਮੇਸ਼ਵਰ ਦਾ ਪਵਿੱਤਰ ਜਨ ਕੀ ਕਰਦਾ ਆ, ਜਾਪਦਾ ਆ। ਤੇ ਉਹ ਇਹਦੇ ਲਈ ਅਸੀਂ ਕੀ ਕਰੀਏ, ਹੁਣ ਇੱਕ ਨਿੱਕਾ ਜਿਹਾ ਕੀ ਬਣਾ ਲਈਏ, ਚੁਬਾਰਾ ਬਣਾ ਲਈਏ। ਬਾਈਬਲ ਦੇ ਵਿੱਚ ਬਹੁਤ ਸਾਰੇ ਚੁਬਾਰਿਆਂ ਦਾ ਜ਼ਿਕਰ ਆ। ਇਸ ਤੋਂ ਪਹਿਲਾਂ ਕਿ ਏਲੀਆ ਦੇ ਲਈ ਵੀ ਇੱਕ ਚੁਬਾਰਾ ਕੀ ਕੀਤਾ ਗਿਆ ਸੀ, ਬਣਾਇਆ ਗਿਆ ਸੀ। ਹਾਲੇਲੂਇਆ। ਜਿੱਥੇ ਵਿਧਵਾ ਦਾ ਬੇਟਾ ਜਿਹੜਾ ਸੀ ਜਦੋਂ ਮਰ ਗਿਆ, ਔਰ ਉਹ ਏਲੀਆ ਦੇ ਕੋਲ ਗਈ ਤੇ ਏਲੀਆ ਨੇ ਉਹਨੂੰ ਲੈ ਕੇ ਤੇ ਆਪਣੇ ਜਿੱਥੇ ਚੁਬਾਰੇ ਦੇ ਵਿੱਚ ਰਹਿੰਦਾ ਸੀ ਉੱਥੇ ਉਹਨੂੰ ਕੀ ਕਰ ਦਿੱਤਾ, ਲੈ ਗਿਆ। ਔਰ ਉੱਥੇ ਮੁੰਡੇ ਦੇ ਉੱਤੇ ਉਹ ਚੁਬਾਰੇ ਦੇ ਵਿੱਚ ਲੈ ਜਾ ਕੇ ਮੰਜੀ ਦੇ ਉੱਤੇ ਪਾਇਆ ਤੇ ਉੱਥੇ ਉਹਦੇ ਉੱਪਰ ਪਸਰਿਆ, ਤੇ ਫਿਰ ਉਹ ਮੁੰਡਾ ਜਿਹੜਾ ਕੀ ਹੋ ਗਿਆ ਸੀ, ਜਿੰਦਾ ਹੋ ਗਿਆ ਸੀ। ਹਾਲੇਲੂਇਆ। ਹਾਲੇਲੂਇਆ। ਉਹ ਚੁਬਾਰਾ ਜਿਹੜਾ ਆ ਇੱਕ ਬਣਾਈਏ ਉਹਦੇ ਲਈ, ਅਲੀਸ਼ਾ ਦੇ ਲਈ। ਆ ਪੜਿਓ। ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਉੱਥੇ ਇੱਕ ਉਹਦੇ ਲਈ ਕੀ, ਮੰਜਾ, ਇੱਕ ਮੇਜ਼, ਇੱਕ ਚੌਂਕੀ ਅਤੇ ਇੱਕ ਦਵਾਕੀ ਰੱਖੀਏ। ਇੱਕ ਦਵਾਕੀ ਯਾਨੀ ਕਿ ਦੀਵਾ ਕੀ ਕਰੀਏ, ਉੱਥੇ ਰੱਖੀਏ। ਅਤੇ ਇਉਂ ਹੋਏਗਾ ਕਿ ਜਦ ਉਹ ਸਾਡੇ ਕੋਲ ਆਵੇ, ਜਦ ਵੀ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸਕੇਗਾ। ਇਹ ਉੱਥੇ ਕੀ ਕਰੇਗਾ, ਰਹਿ ਸਕੇਗਾ। ਹਾਲੇਲੂਇਆ। ਹਾਲੇਲੂਇਆ। ਉਹ ਪਰਮੇਸ਼ਵਰ ਦੇ ਜਨ ਦੇ ਲਈ, ਖੁਦਾ ਦੇ ਲੋਕਾਂ ਦੇ ਲਈ ਆਪਣਾ ਦਿਲ ਕੀ ਕਰ ਰਹੀ ਆ, ਖੋਲ ਰਹੀ ਆ। ਹਾਲੇਲੂਇਆ। ਜਦ ਇਹਨਾਂ ਕੁਝ ਕਰ ਰਹੀ ਆ ਤਾਂ ਪ੍ਰਭੂ ਦਾ ਜਨ ਅਲੀਸ਼ਾ ਕੀ ਕਰ ਰਿਹਾ ਆ, ਦੇਖ ਰਿਹਾ ਆ ਇਸ ਔਰਤ ਦੇ ਅੰਦਰ ਮੇਰੇ ਪ੍ਰਤੀ ਇੰਨੀ ਇੱਜ਼ਤ, ਇੰਨਾ ਆਦਰ ਆ। ਅੱਜ ਜੇ ਬਰਕਤ ਖੁਦਾ ਦੇ ਕੋਲੋਂ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਸੱਚਮੁੱਚ ਪ੍ਰਭੂ ਦੇ ਦਾਸਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹਾਲੇਲੂਇਆ। ਖੁਦਾ ਦੇ ਜਨ ਜਿਹੜੇ ਆ, ਉਹਨਾਂ ਦੇ ਦੁਆਰਾ ਹੀ ਖੁਦਾ ਜਿਹੜਾ ਆ ਕੰਮ ਕਰਦਾ ਜੀ। ਹਾਲੇਲੂਇਆ। ਜਿੱਥੇ ਕਿਤੇ ਵੀ ਪਰਮੇਸ਼ਰ ਨੇ ਆਪਣਾ ਮੌਜਦਾ ਕੀਤਾ ਆ ਤੇ ਉਹ ਆਪਣੇ ਦਾਸ ਦੀ ਜ਼ਿੰਦਗੀ ਦੇ ਦੁਆਰਾ ਕੀਤਾ ਆ। ਹਾਲੇਲੂਇਆ। ਤੋ ਇੱਥੇ ਵੀ ਅਲੀਸ਼ਾ ਕੀ ਕਰ ਰਿਹਾ ਆ, ਦੇਖ ਰਿਹਾ ਕਿ ਉਹਦੇ ਅੰਦਰ ਖਿੱਚ ਆ। ਪੜਿਓ। ਇੱਕ ਦਿਨ ਇਉਂ ਹੋਇਆ ਭਈ ਉਹ ਉਧਰ ਆਇਆ ਅਤੇ ਉਹ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ। ਤੇ ਉਹ ਚੁਬਾਰੇ ਦੇ ਵਿੱਚ ਉੱਥੇ ਜਾ ਕੇ ਕੀ ਹੋਇਆ, ਚੁਬਾਰਾ ਬਣ ਗਿਆ ਆ। ਉਧਰ ਜਾ ਕੇ ਕੀ ਹੋਇਆ, ਲੇਟਿਆ ਆ। ਤਦ ਉਸਨੇ ਆਪਣੇ ਬਾਲ ਕੇ ਗੇਜੀ ਨੂੰ ਆਖਿਆ, ਉਹਨੇ ਆਪਣੇ ਬਾਲ ਕੇ ਗੇਜੀ ਨੂੰ ਆਖਿਆ, ਇਸ ਸ਼ਨੋਮੀ ਤੀਵੀ ਨੂੰ ਸੱਦ। ਇੰਜ ਕਰ, ਇਸ ਸੁਨੋਮੀ ਤੀਵੀ ਨੂੰ ਵੀ ਹੁਣ ਕੀ ਕਰ, ਸੱਦ। ਕਿਉਂਕਿ ਇਸ ਔਰਤ ਨੂੰ ਮੈਂ ਦੇਖਿਆ ਆ, ਇਹਦੇ ਅੰਦਰ ਪਿਆਰ ਭਾਵਨਾ ਬੜੀ ਹੈ, ਇੱਜ਼ਤ ਬੜੀ ਹੈ। ਇਹਨੇ ਸਾਡੇ ਲਈ ਇੰਨਾ ਕੁਝ ਕੀਤਾ ਆ, ਚੁਬਾਰਾ ਬਣਾਇਆ, ਉਹਦੇ ਵਿੱਚ ਮੇਜ਼,
ਰੱਖਿਆ ਆ, ਕੁਰਸੀ ਰੱਖੀ ਆ, ਮੰਜਾ ਡਾਇਆ ਆ, ਲਾਈਟ ਦਾ ਵੀ ਕੀ ਕੀਤਾ ਇਹਨੇ ਇੰਤਜ਼ਾਮ ਕੀਤਾ ਆ। ਤੇ ਇੰਜ ਕਰ ਵੀ ਇਹਦੇ ਅੰਦਰ ਇੰਨਾ ਆਦਰ ਭਾਵ ਕਰਨ ਦੀ ਚਾਹਤ ਹੈ, ਇਹਨੂੰ ਸੱਦ, ਇਹਨੂੰ ਬੁਲਾ। ਹਾਂ, ਤਾਂ ਉਸਨੇ ਉਹਨੂੰ ਸੱਦਿਆ ਉਹਨੇ ਉਹਨੂੰ ਸੱਦਿਆ ਅਤੇ ਉਹ ਉਸਦੇ ਅੱਗੇ ਖਲੋ ਗਈ। ਉਹ ਆਣ ਕੇ ਉਹਦੇ ਅੱਗੇ ਕੀ ਹੋਈ? ਖਲੋ ਗਈ। ਉਸਨੇ ਬਾਲਕੇ ਨੂੰ ਕਿਹਾ, ਉਹਨੇ ਆਪਣੇ ਬਾਲ ਕੇ ਘੇਜੀ ਨੂੰ ਕਿਹਾ, ਭਈ ਉਹਨੂੰ ਆਖ ਕਿ ਵੇਖ ਤੂੰ ਜੋ ਐਡੇ ਗੌ ਨਾਲ ਸਾਡੀ ਸਾਰ ਲੈਂਦੀ ਰਹੀ, ਤੂੰ ਐਡੀ ਗੌ ਦੇ ਨਾਲ ਤੂੰ ਸਾਡੀ ਸਾਰ ਕੀ ਕਰਦੀ ਰਹੀ? ਲੈਂਦੀ ਰਹੀ ਆ। ਤੇਰੇ ਲਈ ਕੀ ਕੀਤਾ ਜਾਵੇ? ਦੱਸ ਹੁਣ ਅਸੀਂ ਤੇਰੇ ਲਈ ਕੀ ਕਰੀਏ? ਕਿਉਂਕਿ ਤੂੰ ਸਾਡਾ ਇੰਨਾ ਆਦਰ ਭਾਵ ਕੀਤਾ ਆ, ਐਡੀ ਗੌ ਦੇ ਨਾਲ ਤੂੰ ਸਾਡੀ ਸਾਰ ਲਈ ਆ, ਹੁਣ ਤੂੰ ਦੱਸ ਅਸੀਂ ਤੇਰੇ ਲਈ ਕੀ ਕਰੀਏ? ਹਾਲੇਲੂਇਆ। ਜੇ ਤੁਸੀਂ ਕੁਝ ਖੁਦਾ ਲਈ ਕਰਦੇ ਹੋ ਤਾਂ ਖੁਦਾ ਤੁਹਾਡੇ ਲਈ ਚੁੱਪ ਨਹੀਂ ਰਹੇਗਾ। ਹਾਲੇਲੂਇਆ। ਜੇ ਤੁਸੀਂ ਖੁਦਾ ਲਈ ਆਪਣਾ ਹੱਥ ਵਧਾਉਂਦੇ ਹੋ, ਪ੍ਰਭੂ ਦੀ ਸੇਵਾ ਦੇ ਲਈ ਆਪਣਾ ਹੱਥ ਵਧਾਉਂਦੇ ਹੋ, ਤਾਂ ਪਰਮੇਸ਼ਰ ਤੁਹਾਡੇ ਲਈ ਚੁੱਪ ਨਹੀਂ ਬੈਠੇਗਾ। ਉਹ ਤੁਹਾਡੇ ਲਈ ਆਪਣੀਆਂ ਆਸਮਾਨ ਦੀਆਂ ਖਿੜਕੀਆਂ ਨੂੰ ਖੋਲ ਦੇਵੇਗਾ। ਹਾਲੇਲੂਇਆ। ਮਤ ਸੋਚੋ ਕਿ ਅਸੀਂ ਜੋ ਦਾਨ ਦਿੰਦੇ ਆ, ਦਸਵੰਧ ਦਿੰਦੇ, ਸ਼ਾਇਦ ਵਿਅਰਥ ਜਾਂਦਾ ਆ। ਵਿਅਰਥ ਨਹੀਂ ਜਾਂਦਾ। ਜਦ ਤੁਸੀਂ ਪ੍ਰਭੂ ਦੇ ਘਰ ਦੇ ਲਈ ਆਪਣੇ ਹੱਥ ਨੂੰ ਖੋਲਦੇ ਹੋ, ਸੇਵਾ ਦਿੰਦੇ ਹੋ, ਤੇ ਖੁਦਾ ਦੇ ਹਜ਼ੂਰ ਜਿਹੜਾ ਉਹ ਕਬੂਲ ਹੋ ਜਾਂਦਾ ਆ। ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਲਿਖਿਆ ਖੁਦਾ ਜਿਹੜਾ ਆ ਉਹ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਵੀ ਕਰਦਾ ਆ, ਪਿਆਰ ਕਰਦਾ ਆ, ਕਬੂਲ ਕਰਦਾ ਆ। ਹਾਲੇਲੂਇਆ। ਇਧਰ ਉਹਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਆ ਉਹਨਾਂ ਦਾ ਆਦਰ ਕੀਤਾ, ਤੇ ਪ੍ਰਭੂ ਦੇ ਦਾਸ ਨੇ ਆਪਣੇ ਚੇਲੇ ਗਹੇਜੀ ਨੂੰ ਕਿਹਾ ਵੀ ਇਹਨੂੰ ਕੀ ਕਰ, ਹੁਣ ਪੁੱਛ, ਇਹਨੂੰ ਆਵਾਜ਼ ਮਾਰ ਵੀ ਹੁਣ ਅਸੀਂ ਤੇਰੇ ਲਈ ਕੀ ਕਰੀਏ? ਕੀ ਅਸੀਂ ਪਾਤਸ਼ਾਹ ਦੇ ਨਾਲ, ਰਾਜੇ ਨਾਲ ਜਾਂ ਸੈਨਾਪਤੀ ਨਾਲ ਤੇਰੇ ਨਿਮਿਤ ਗੱਲ ਕਰੀਏ? ਕਿ ਸੈਨਾਪਤੀ ਦੇ ਨਾਲ ਤੇਰੇ ਨਿਮਿਤ ਗੱਲ ਕਰੀਏ? ਪਰ ਉਹ ਬੋਲੀ, ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵਸਦੀ ਹਾਂ। ਮੈਂ ਤੇ ਆਪਣੇ ਲੋਕਾਂ ਦੇ ਵਿਚਕਾਰ ਕੀ ਕਰਦੀ ਆ? ਵਸਦੀ ਆ। ਫਿਰ ਉਸਨੇ ਕਿਹਾ, ਹਾਂ, ਤਾਂ ਉਹਦੇ ਲਈ ਕੀ ਕੀਤਾ ਜਾਵੇ? ਉਹ ਵੇਖੋ ਕਹਿੰਦੀ ਮੈਂ ਤੇ ਆਪਣੇ ਲੋਕਾਂ ਦੇ ਵਿਚਕਾਰ ਕੀ ਕਰਦੀ ਆ। ਉਹਦੇ ਅੰਦਰ ਕੋਈ ਐਸੀ ਤਮੰਨਾ ਨਹੀਂ ਆ। ਹਾਲੇਲੂਇਆ। ਪਰ ਉਹਦੀ ਮਿਹਨਤ ਵੇਖ ਕੇ ਉਹਦੇ ਅੰਦਰ ਕੋਈ ਨਿਸ਼ਾਨਾ ਨਹੀਂ ਕਿ ਮੈਨੂੰ ਆਹ ਕੁਛ ਕੀ ਕਰੇਗਾ, ਮਿਲੇਗਾ। ਇੱਕ ਤਾਂ ਨਿਸ਼ਾਨਾ ਰੱਖ ਕੇ ਇਨਸਾਨ ਕੀ ਕਰਦਾ ਆ? ਉਹ ਭਗਤ ਕਰਦਾ ਆ। ਪਰ ਉਹਦੇ ਅੰਦਰ ਕੋਈ ਐਸੀ ਕੋਈ ਨਿਸ਼ਾਨਾ ਨਹੀਂ ਆ। ਪੜੋ। ਅੱਗੋਂ ਗੇਜੀ ਬੋਲਿਆ, ਹਾਂ, ਸੱਚਮੁੱਚ ਉਹਦਾ ਕੋਈ ਪੁੱਤਰ ਨਹੀਂ ਹੈ। ਹਾਂ, ਗਹੇਜੀ ਬੋਲਿਆ ਫਿਰ ਵੀ ਇਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈਗੀ। ਹਾਲੇਲੂਇਆ। ਇਹਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈ। ਅਤੇ ਉਹਦਾ ਪਤੀ ਬਿਰਧ ਹੈ। ਤੇ ਉਹਦਾ ਪਤੀ ਜਿਹੜਾ ਹੈ ਉਹ ਬਿਰਧ ਆ। ਤਾਂ ਉਸਨੇ ਕਿਹਾ, ਉਹਨਾਂ ਦੇ ਕੋਲ ਕੋਈ ਬੱਚਾ ਜਨਣ ਦੀ ਕੋਈ ਸ਼ਕਤੀ ਨਹੀਂ ਆ। ਉਹ ਪਤੀ ਉਹਦਾ ਬਿਰਧ ਆ। ਹਾਂ, ਤਾਂ ਉਸਨੇ ਕਿਹਾ ਉਹਨੂੰ ਫਿਰ ਸੱਦ। ਸੋ ਉਸਨੇ ਉਹਨੂੰ ਸੱਦਿਆ। ਹਾਂ, ਅਤੇ ਉਹ ਬੂਹੇ ਵਿੱਚ ਆਣ ਖਲੋਤੀ। ਉਹ ਬੂਹੇ ਦੇ ਵਿੱਚ ਕੀ ਆ? ਆਣ ਖਲੋਤੀ। ਤਦ ਉਹ ਬੋਲਿਆ ਐਸੇ ਰੁੱਤੇ, ਕਹਿੰਦਾ ਐਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ ਤੇੜ, ਹਾਂ, ਤੇਰੇ ਕੁਸ਼ਲ ਪੁੱਤਰ ਹੋਵੇਗਾ। ਤੇਰੇ ਕੁਸ਼ਲ ਪੁੱਤਰ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਉਹ ਕਹਿੰਦੀ ਇਹਦੀ ਵੀ ਲੋੜ ਕੋਈ ਨਹੀਂ। ਪੜ੍ਹ ਦੇ। ਉਹ ਬੋਲੀ ਨਹੀਂ ਮੇਰੇ ਸੁਆਮੀ। ਕੀ ਕਹਿੰਦੀ ਆ? ਉਹਦੇ ਅੰਦਰ ਕੋਈ ਚੀਜ਼ ਹੈ ਹੀ ਨਹੀਂ ਵੀ ਮੈਂ ਇਸ ਕਰਕੇ ਇਹਦੀ ਕੀ ਕਰਨੀ ਆ। ਮੈਂ ਕੁਝ ਪ੍ਰਾਪਤ ਕਰਨ ਵਾਸਤੇ ਨਹੀਂ ਕਿ ਮੈਨੂੰ ਕੀ ਮਿਲੇਗੀ, ਹੈ ਕੋਈ ਆਸ਼ੀਸ਼ ਮਿਲੇਗੀ। ਉਹਦੇ ਅੰਦਰ ਆਪ ਦੇ ਹੀ ਪਵਿੱਤਰ ਆਤਮਾ ਨੇ ਪਾਇਆ ਕਿ ਇਸ ਪ੍ਰਭੂ ਦੇ ਜਨ ਦੀ ਸੇਵਾ ਕਰਨੀ ਹੈ। ਹਾਲੇਲੂਇਆ। ਕੁਝ ਪਾਉਣ ਵਾਸਤੇ ਨਹੀਂ। ਅੱਜ ਅਸੀਂ ਜੇ ਦਾਨ ਦਿੰਦੇ ਆ, ਦਸਵੰਧ ਦਿੰਦੇ ਆ, ਤਾਂ ਸਾਡੇ ਅੰਦਰ ਇੱਕ ਸੋਚ ਹੁੰਦੀ ਆ ਕਿ ਮੈਂ ਜੇ 10,000 ਰੁਪਇਆ ਪਰਮੇਸ਼ਰ ਦੇ ਲਈ ਦਿੰਨੀ ਆ ਤੇ ਮੈਨੂੰ ਦਿੰਨਾ ਆ ਤੇ ਮੈਨੂੰ 20,000 ਮਿਲੂਗਾ। ਇਹ ਸਾਡੀ ਕੀ ਇੱਕ ਸੋਚ ਆ। ਪਰ ਮੈਂ ਕਹਿੰਦਾ ਇਹ ਸੋਚ ਨਾ ਰੱਖੋ। ਤੁਸੀਂ ਇੱਕ ਹੀ ਸੋਚ ਰੱਖੋ ਕਿ ਆਪਾਂ ਪ੍ਰਭੂ ਦੇ ਸੇਵਾ ਦੇ ਲਈ ਪੈਸਾ ਦੇ ਦਿੱਤਾ ਆ, ਤੋ ਜਿਸ ਖੁਦਾ ਦੇ ਘਰ ਦੇ ਲਈ ਦਿੱਤਾ ਆ ਉਹ ਕਦੇ ਸਾਨੂੰ ਭੁੱਖਿਆ ਨਹੀਂ ਰਹਿਣ ਦੇਵੇਗਾ। ਹਾਲੇਲੂਇਆ।
ਹਾਲੇਲੂਇਆ। ਤੇ ਬਾਈਬਲ ਦੇ ਵਿੱਚ ਲਿਖਿਆ ਆ ਸ਼ੇਰ ਦੇ ਬੱਚਿਆਂ ਨੂੰ ਘਾਟਾ ਭੁੱਖ ਲੱਗਦੀ, ਪਰ ਯਹੋਵਾ ਦੇ ਤਾਲਬ ਕਿਸੇ ਚੰਗੀ ਵਸਤੂ ਥੋੜੇ ਨਹੀਂ ਰਹਿਣਗੇ। ਕਿ ਖੁਦਾ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਕੀ ਕਰਦਾ ਆ? ਜਾਣਦਾ ਆ। ਹਾਲੇਲੂਇਆ। ਹੁਣ ਉਹਦੇ ਅੰਦਰ ਇਹ ਨਿਸ਼ਾਨਾ ਨਹੀਂ ਕਿ ਮੈਨੂੰ ਕੀ ਮਿਲੇਗੀ। ਹੁਣ ਕਈ ਵਾਰੀ ਕਈ ਕਹਿ ਦਿੰਦੇ ਨਾ, ਮਤਲਬ ਬੜੇ ਲੋਕ ਸਿਆਣੇ ਦੇ ਕੋਲ ਵੀ ਜਾਂਦੇ ਆ, ਕਈ ਪਾਸਟਰ ਵੀ ਇਦਾਂ ਦੇ ਸਿਆਣੇ ਹੈਗੇ ਨੇ ਵੀ ਜਾਂ ਵੀ ਇਹਦੇ ਝੋਲੀ 'ਚ ਆਪਣੀ 'ਚ ਕੀ ਪਵਾਲਾ, ਸੰਤਰਾ ਕੀ ਕਰ ਪਵਾਲਾ, ਜਾਂ ਆਪਣੇ ਝੋਲੀ ਦੇ ਵਿੱਚ ਸੇਬ ਪਵਾਲਾ, ਤੈਨੂੰ ਕੀ ਮਿਲੂਗਾ? ਮੁੰਡਾ ਹੈ ਮੁੰਡਾ ਕੇਲਾ ਝੋਲੀ 'ਚ ਪਵਾਲਾ, ਸੇਬ ਝੋਲੀ 'ਚ ਪਵਾਲਾ, ਸੰਤਰੇ ਝੋਲੀ 'ਚ ਕੀ ਕਰ, ਤੇ ਤੈਨੂੰ ਕੀ ਮਿਲ ਜੂਗਾ? ਮੁੰਡਾ। ਇਹ ਕੋਈ ਆਸ ਨਹੀਂ, ਤੇ ਨਾ ਹੀ ਕਿਸੇ ਨੇ ਉਹਨੂੰ ਇਹ ਗੱਲ ਦੇ ਲਈ ਪ੍ਰੇਰਿਆ ਸੀ। ਉਹਦੇ ਅੰਦਰ ਆਪਣੇ ਹੀ ਖਿੱਚ ਸੀ ਕਿ ਮੈਂ ਸਿਰਫ ਪ੍ਰਭੂ ਦੇ ਦਾਸ ਦੀ ਇੱਜ਼ਤ ਕਰਨੀ ਹੈ। ਹਾਲੇਲੂਇਆ। ਔਰ ਉਧਰ ਪ੍ਰਭੂ ਦੇ ਦਾਸ ਦੇ ਅੰਦਰ ਇਹ ਚੀਜ਼ ਹੈ ਕਿ ਇਹਨੇ ਮੇਰੀ ਇੰਨੀ ਇੱਜ਼ਤ ਕੀਤੀ ਆ, ਇਹਦੇ ਅੰਦਰ ਇੰਨੀ ਖਿੱਚ ਆ, ਤਾਂ ਕਿਉਂ ਨਹੀਂ ਇਹਨੂੰ ਬਰਕਤ ਦਿੱਤੀ ਜਾਏ। ਹਾਲੇਲੂਇਆ। ਉਹ ਆਪਣੀ ਮਿਹਨਤ ਤੇ ਸਦਕਾ ਜਿਹੜੀ ਆ ਅਲੀਸ਼ਾ ਪ੍ਰਭੂ ਦੇ ਦਾਸ ਦੀ ਨਿਗਾਹ ਦੇ ਵਿੱਚ ਆ ਗਈ ਆ, ਔਰ ਪ੍ਰਭੂ ਦੀ ਕਿਰਪਾ ਸੁਨਾਮੀ ਤੀਵੀਂ ਦੇ ਉੱਤੇ ਹੋ ਗਈ। ਹਾਲੇਲੂਇਆ। ਪ੍ਰਭੂ ਦੇ ਦਾਸ ਨੇ ਕਿਹਾ ਕਿ ਪੜ੍ਹ ਦਿਓ, ਐਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ ਤੇੜ ਤੇਰੇ ਕੁਛੜ ਪੁੱਤਰ ਹੋਵੇਗਾ। ਤੇਰੇ ਪੁੱਛੜ ਕੀ ਹੋਵੇਗਾ। ਔਰ ਜੋ ਪ੍ਰਭੂ ਦੇ ਦਾਸ ਬੋਲ ਦਿੰਦੇ ਸੀ ਉਹ ਪੂਰਾ ਹੁੰਦਾ ਸੀ। ਹਾਲੇਲੂਇਆ। ਬੇਸ਼ੱਕ ਉਹ ਇਹ ਗੱਲਾਂ ਬੋਲ ਰਹੀ ਆ, ਪੜ੍ਹ ਦਿਓ, ਪੜ੍ਹ ਦਿਓ। ਉਹ ਬੋਲੀ ਨਹੀਂ ਮੇਰੇ ਸਵਾਮੀ, ਪਰਮੇਸ਼ਵਰ ਦੇ ਜਨ ਆਪਣੀ ਟਹਿਲਣ ਨਾਲ ਝੂਠ ਨਾ ਬੋਲ। ਆਪਣੀ ਸੇਵਾਦਾਰ ਦੇ ਨਾਲ, ਆਪਣੀ ਟਹਿਲਣ ਦੇ ਨਾਲ, ਜਿਹਨੇ ਤੇਰੀ ਟਹਿਲ ਕੀਤੀ, ਜਿਹਨੇ ਤੇਰੀ ਸੇਵਾ ਕੀਤੀ, ਆਪਣੀ ਸੇਵਾਦਾਰ ਦੇ ਨਾਲ, ਆਪਣੀ ਟਹਿਲਣ ਦੇ ਨਾਲ ਝੂਠ ਨਾ ਬੋਲ। ਪਰ ਪ੍ਰਭੂ ਦੇ ਸੰਤ ਕਦੀ ਝੂਠ ਬੋਲਦੇ ਨਹੀਂ ਆ। ਉਹ ਜੋ ਬੋਲਦੇ ਸੀ ਸੱਚ ਬੋਲਦੇ ਸੀ, ਤੇ ਖੁਦਾ ਉਹਨਾਂ ਬੋਲਾਂ ਨੂੰ ਪੂਰਾ ਕਰਦਾ ਸੀ। ਹਾਲੇਲੂਇਆ। ਤੋ ਜੋ ਪ੍ਰਭੂ ਦੇ ਦਾਸ ਅਲੀਸ਼ਾ ਨੇ ਬੋਲਿਆ ਕਿ ਇਸੇ ਰੁੱਤੇ ਮੈਂ ਫਿਰ ਤੇਰੇ ਕੋਲ ਕੀ ਕਰਾਂਗਾ, ਤੇ ਤੇਰੇ ਘਰ ਕੀ ਹੋਏਗਾ? ਪੁੱਤਰ ਹੋਏਗਾ। ਹਾਲੇਲੂਇਆ। ਸਿਰਫ ਉਹਦੀ ਮਿਹਨਤ ਦੇ ਨਾਲ ਜੋ ਪ੍ਰਭੂ ਦੇ ਦਾਸ ਦੀ ਨੇ ਇੱਜ਼ਤ ਕੀਤੀ ਆ, ਖੁਦਾ ਨੇ ਉਹਨੂੰ ਬਲੈਸ ਕੀਤਾ ਹੈ। ਹਾਲੇਲੂਇਆ। ਹਾਲੇਲੂਇਆ। ਅੱਜ ਜੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਪ੍ਰਭੂ ਦੇ ਦਾਸਾਂ ਦੇ ਲਈ ਇੱਜ਼ਤ ਹੈ, ਆਦਰ ਹੈ, ਬਾਈਬਲ ਦੇ ਵਿੱਚ ਇੱਕ ਵਚਨ ਲਿਖਿਆ ਆ, ਮੱਤੀ ਦੀ ਅੰਜੀਲ ਪੜ੍ਹਿਓ। ਚਾਲੀ ਆ ਤੋਂ 10 ਦੀ 40 ਮੱਤੀ ਦੀ ਅੰਜੀਲ 10 ਦੀ ਜਿਹੜਾ ਤੁਹਾਨੂੰ ਕਬੂਲ ਕਰੇ, ਲਿਖਿਆ ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ, ਉਹ ਮੈਨੂੰ ਕਬੂਲ ਕਰਦਾ ਆ। ਅਤੇ ਜਿਹੜਾ ਮੈਨੂੰ ਕਬੂਲ ਕਰੇ, ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ ਉਹ ਹੈ। ਮੇਰੇ ਘੱਲਣ ਵਾਲੇ ਨੂੰ ਕੀ ਕਰਦਾ ਆ? ਕਬੂਲ ਕਰਦਾ ਆ। ਜਿਹੜਾ ਨਬੀ ਦੇ ਨਾਂ ਉੱਤੇ, ਜਿਹੜਾ ਨਬੀ ਦੇ ਨਾਂ ਉੱਤੇ ਨਬੀ ਨੂੰ ਕਬੂਲ ਕਰੇ, ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਏਗਾ। ਉਹ ਨਬੀ ਦਾ ਫਲ ਪਾਏਗਾ। ਅਤੇ ਜਿਹੜਾ ਧਰਮੀ ਦੇ ਨਾਂ ਉੱਤੇ, ਜਿਹੜਾ ਧਰਮੀ ਦੇ ਨਾਂ ਉੱਤੇ ਧਰਮੀ ਨੂੰ ਕਬੂਲ ਕਰੇ, ਧਰਮੀ ਨੂੰ ਕਬੂਲ ਕਰੇਗਾ, ਉਹ ਧਰਮੀ ਦਾ ਫਲ ਉਹ ਪਾਏਗਾ। ਧਰਮੀ ਦਾ ਫਲ ਪਾਏਗਾ। ਜੋ ਕੋਈ ਹਾਂ, ਇਹਨਾਂ ਛੋਟਿਆਂ ਵਿੱਚੋਂ ਜੋ ਕੋਈ ਇਹਨਾਂ ਛੋਟਿਆਂ ਦੇ ਵਿੱਚੋਂ ਇੱਕ ਨੂੰ ਚੇਲੇ ਦੇ ਨਾਂ ਉੱਤੇ ਨਿਰਾ ਇੱਕ ਕਟੋਰਾ ਠੰਡੇ ਪਾਣੀ ਦਾ ਪਿਆਵੇ। ਮੈਂ ਤੁਹਾਨੂੰ ਸੱਚ ਆਖਦਾ ਕਿ ਉਹ ਆਪਣਾ ਫਲ ਕਦੇ ਨਾ ਗਵਾਏਗਾ। ਉਹ ਆਪਣਾ ਫਲ ਕਦੇ ਗਵਾਏਗਾ ਹੀ ਨਹੀਂ। ਹਾਲੇਲੂਇਆ। ਜਿਹੜਾ ਚੇਲੇ ਦੇ ਨਾਂ ਤੇ ਕੀ ਕਰਦਾ ਆ? ਠੰਡੇ ਪਾਣੀ ਦਾ ਗਲਾਸ ਕੀ ਕਰਦਾ ਆ? ਪਿਉਂਦਾ ਆ। ਉਹ ਆਪਣਾ ਫਲ ਕਦੇ ਗਵਾਏਗਾ ਹੀ ਨਹੀਂ। ਹਾਲੇਲੂਇਆ। ਜੇ ਪ੍ਰਭੂ ਦਾ ਦਾਸ ਤੁਹਾਡੇ ਘਰ ਦੇ ਵਿੱਚ ਆਉਂਦਾ ਆ ਤੇ
ਕੌਣ ਆਇਆ ਤੁਹਾਡੇ ਘਰ ਦੇ ਵਿੱਚ? ਪਰਮੇਸ਼ਵਰ ਆਇਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ, ਔਰ ਜੇ ਤੁਸੀਂ ਪ੍ਰਭੂ ਦੇ ਦਾਸ ਨੂੰ ਕਬੂਲ ਕਰਦੇ ਹੋ, ਖੁਦਾ ਨੂੰ ਕਬੂਲ ਕਰਦੇ ਹੋ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇਸ ਲਈ ਰੱਬ ਦੇ ਸੰਤਾਂ ਦੀ ਇੱਜ਼ਤ ਤੁਹਾਡੇ ਅੰਦਰ ਆਦਰ ਜਿਹੜਾ ਹੋਣਾ ਬੜਾ ਜ਼ਰੂਰੀ ਆ। ਹਾਲੇਲੂਇਆ, ਹਾਲੇਲੂਇਆ। ਮੈਂ ਕਈ ਵਾਰੀ ਦੇਖਿਆ, ਮੈਂ ਜਾਣਾ ਨਾ ਘਰਾਂ ਦੇ ਵਿੱਚ ਵਿਜੜਦੇ, ਕਈ ਮੈਂ ਦੇਖੇ ਨੇ ਵਿਸ਼ਵਾਸੀ ਜਦ ਜਾਈਦਾ ਆ, ਉਹ ਆਪਣਾ ਕੋਈ ਕੰਮ ਵੀ ਕਰਦੇ ਹੋਣਗੇ ਤੇ ਮਿੰਟੋ ਮਿੰਟ ਹੀ ਆਪਣਾ ਕੰਮ ਕੀ ਕਰ ਦੇਣਗੇ, ਛੱਡ ਦੇਣਗੇ ਔਰ ਪ੍ਰਭੂ ਦੇ ਦਾਸ ਦੇ ਲਾਗੇ ਬੈਠ ਜਾਣਗੇ। ਔਰ ਮੈਂ ਕਈ ਦੇਖਿਆ ਉਹ ਆਪਣਾ ਕੰਮ ਦੇ ਵਿੱਚ ਪੂਰੇ ਮਤਲਬ ਮਸਤ ਹੋ ਜਾਂਦੇ ਆ। ਮਾੜੀ ਮੋਟੀ ਜੀ ਇਹਨਾਂ ਨੇ ਕੀ ਕਹਿ ਦੇਣੀ, ਜੈਮਸੀ ਦੀ ਕਹਿ ਦੇਣੀ ਆ, ਇਸ ਤੋਂ ਵੱਧ ਕੋਈ ਹੋਰ ਕੋਈ ਗੱਲ। ਪਰ ਕੁਝ ਲੋਕ ਹੈਗੇ ਨੇ ਜਿਨ੍ਹਾਂ ਦੇ ਅੰਦਰ ਬੜੀ ਖਿੱਚ ਹੁੰਦੀ ਆ, ਬੜਾ ਪਿਆਰ ਹੁੰਦਾ ਕਿ ਪ੍ਰਭੂ ਦਾ ਦਾਸ ਸਾਡੇ ਘਰ ਦੇ ਵਿੱਚ ਕੀ ਕਰੇ। ਹਾਏ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦ ਵੀ ਪ੍ਰਭੂ ਦਾ ਦਾਸ ਤੁਹਾਡੇ ਘਰ ਦੇ ਵਿੱਚ ਪ੍ਰਾਰਥਨਾ ਦੇ ਲਈ ਆਉਂਦਾ ਆ, ਉਹਦਾ ਆਦਰ ਇੱਜ਼ਤ ਜਿਹੜੀ ਹੋਣੀ ਬੜੀ ਕੀ ਆ, ਜ਼ਰੂਰੀ ਆ। ਆਦਰ ਕਿੱਦਾਂ ਆ ਕਿ ਜੈਮਸੀ ਦੀ ਕਹਤਾ ਇਹ ਨਹੀਂ, ਆਦਰ ਇਹ ਆ ਵੀ ਤੁਸੀਂ ਉਹਦੇ ਲਾਗੇ ਬੈਠ ਕੇ ਉਹਦੀਆਂ ਗੱਲਾਂ ਨੂੰ ਸੁਣੋ। ਹਾਲੇਲੂਇਆ। ਜੋ ਤੁਹਾਡੇ ਵਾਸਤੇ ਆਇਆ ਉਹਦੇ ਲਾਗੇ ਬੈਠੋ ਔਰ ਆਪਣਾ ਵੀ ਤੁਸੀਂ ਜਿਹੜਾ ਹਾਲ ਉਹਨੂੰ ਕੀ ਕਰੋ, ਔਰ ਤੁਹਾਡੇ ਦੁੱਖ ਦਰਦ ਨੂੰ ਉਹ ਸੁਣੇ ਔਰ ਤੁਹਾਡੇ ਲਈ ਕੀ ਕਰ ਸਕੇ, ਪ੍ਰਾਰਥਨਾ ਕਰ ਸਕੇ। ਹਾਲੇਲੂਇਆ। ਇਸ ਤਰੀਕੇ ਦੇ ਨਾਲ ਜਦ ਤੁਸੀਂ ਪ੍ਰਭੂ ਦੇ ਦਾਸ ਨੂੰ ਕਬੂਲ ਕਰੋਗੇ ਤਾਂ ਖੁਦਾ ਤੁਹਾਨੂੰ ਬਰਕਤ ਦੇਵੇਗਾ। ਹਾਲੇਲੂਇਆ। ਇਹ ਜਿਹੜੀ ਔਰਤ ਜਿਹੜੀ ਸੁਨੋਮੀ ਤੀਵੀਂ ਆ, ਪ੍ਰਭੂ ਦੇ ਦਾਸ ਅਲੀਸ਼ਾ ਨੂੰ ਨੇ ਕਬੂਲ ਕੀਤਾ ਆ, ਤਦ ਉਸ ਪ੍ਰਭੂ ਦੇ ਦਾਸ ਨੇ ਆਪਣੇ ਮੂੰਹ ਦੇ ਵਿੱਚੋਂ ਬੋਲ ਜਿਹੜੇ ਬੋਲੇ ਸੀ ਕਿ ਤੇਰੇ ਘਰ ਪੁੱਤਰ ਹੋਏਗਾ, ਖੁਦਾ ਨੇ ਕੀਤਾ ਆ। ਹਾਲੇਲੂਇਆ। ਜੇ ਅਸੀਂ ਨਵੇਂ ਨਿਯਮ ਦੇ ਵਿੱਚ ਚਲੇ ਜਾਈਏ, ਪੜ੍ਹੀਏ, ਇੱਕ ਫਰੀਸੀਆਂ ਵਿੱਚੋਂ ਇੱਕ ਨੇ ਆਪਣੇ ਘਰ ਦੇ ਵਿੱਚ ਯਿਸੂ ਮਸੀਹ ਨੂੰ ਬੁਲਾਇਆ ਕਿ ਆ ਤੇ ਮੇਰੇ ਘਰ ਕੀ ਖਾਣਾ ਖਾਣ ਦੇ ਲਈ ਬੁਲਾਇਆ। ਜਦ ਬੁਲਾਇਆ, ਉਸੇ ਨਗਰ ਦੇ ਵਿੱਚ ਇੱਕ ਪਾਪਣ ਔਰਤ ਸੀ। ਉਹਨੂੰ ਪਤਾ ਲੱਗਾ ਕਿ ਉਹ ਫਰੀਸੀ ਦੇ ਘਰ ਪ੍ਰਭੂ ਯਿਸੂ ਮਸੀਹ ਖਾਣਾ ਖਾਣ ਦੇ ਲਈ ਆਏ ਆ, ਬੈਠੇ ਆ। ਤੋ ਔਰਤ ਵੀ ਉਸ ਘਰ ਦੇ ਵਿੱਚ ਆ ਗਈ, ਉਹਦੇ ਹੱਥ ਦੇ ਵਿੱਚ ਇੱਕ ਅਤਰ ਆ। ਔਰ ਜਦ ਆਈ ਆ, ਯਿਸੂ ਮਸੀਹ ਨੂੰ ਦੇਖਿਆ ਤਾਂ ਉਹਦੇ ਪੈਰ ਹੀ ਪੈ ਗਈ ਔਰ ਪੈਰ ਫੜ ਕੇ ਰੋਣਾ ਉਹਨੇ ਕੀ ਕਰ ਦਿੱਤਾ, ਸ਼ੁਰੂ ਕਰ ਦਿੱਤਾ। ਉਸ ਪਾਪਣ ਔਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਔਰ ਉਹ ਆਪਣੇ ਉਹਦੇ ਹੰਝੂ ਜਿਹੜੇ ਸੀ ਯਿਸੂ ਮਸੀਹ ਦੇ ਪੈਰਾਂ ਦੇ ਉੱਤੇ ਕੀ ਕਰ ਰਹੇ ਸੀ, ਡਿੱਗ ਰਹੇ ਸੀ। ਔਰ ਆਪਣੇ ਵਾਲਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਪੈਰਾਂ ਨੂੰ ਕੀ ਕੀਤਾ ਨੇ, ਸਾਫ਼ ਕੀਤਾ। ਸਾਫ਼ ਕਰਕੇ ਉਹ ਜਿਹੜਾ ਅਤਰ ਸੀ ਪ੍ਰਭੂ ਯਿਸੂ ਦੇ ਪੈਰਾਂ ਨੂੰ ਕੀ ਕੀਤਾ, ਮਲਿਆ। ਉੱਥੇ ਫਰੀਸੀ ਆਪਣੇ ਮਨ ਦੇ ਵਿੱਚ ਆਪਣੇ ਅੰਦਰ ਹੀ ਸੋਚ ਰਿਹਾ ਕਿ ਇਹ ਕਾਹਦਾ ਨਬੀ ਆ ਜਿਹੜਾ ਇਹ ਵੀ ਪਛਾਣ ਨਹੀਂ ਸਕਦਾ ਵੀ ਇਹ ਕੌਣ ਹੈ, ਇਹ ਪਾਪਣ ਆ। ਪਰ ਯਿਸੂ ਮਸੀਹ ਤਾਂ ਸਭ ਕੁਝ ਜਾਣਨ ਵਾਲੇ ਨੇ। ਯਿਸੂ ਮਸੀਹ ਨੇ ਇੱਕ ਗੱਲ ਕਹੀ, ਸਮਾਂ ਉਹਨੂੰ ਪੜ੍ਹਦੇ ਹੋ ਤੁਸੀਂ, ਲੂਕਾ ਦੀ ਇੰਜੀਲ 7 ਅਧਿਆਏ 7। ਯਿਸੂ ਨੇ ਅੱਗੋਂ ਉਹਨੂੰ ਕਿਹਾ, ਯਿਸੂ ਨੇ ਉਹਨੂੰ ਅੱਗੇ ਕਿਹਾ, ਸ਼ਮਾਉਨ, ਸ਼ਮਾਉਨ, ਮੈਂ ਤੈਨੂੰ ਕੁਝ ਆਖਣਾ ਹੈ। ਸਮਾਉਨ, ਤੈਨੂੰ ਮੈਂ ਕੁਝ ਆਖਣਾ ਆ। ਕਿਉਂਕਿ ਉਹ ਆਪਣੇ ਮਨ 'ਚ ਕੀ ਕਰ ਰਿਹਾ ਸੀ ਭਲਾ, ਇਹ ਸੋਚਣ ਲਿਆ ਆਈ ਵੀ ਇਹਨੂੰ ਇਹ ਕਾਹਦਾ ਨਬੀ ਹੈ ਜਿਹੜਾ ਇਹਨੂੰ ਪਤਾ ਨਹੀਂ ਲੱਗਣ ਡਿਆ ਵੀ ਇਹ ਜਿਹੜੀ ਇਹਦੇ ਪੈਰ ਸਾਫ਼ ਕਰਨੀ ਇਹ ਕੌਣ ਆ, ਇਹ ਤਾਂ ਪਾਪਣ ਆ। ਤੇ ਯਿਸੂ ਮਸੀਹ ਨੇ ਫਿਰ ਕਿਹਾ, ਸ਼ਮਾਉਨ, ਤੈਨੂੰ ਮੈਂ ਕੁਝ ਆਖਣਾ ਆ। ਤਾਂ ਉਹ ਬੋਲਿਆ, ਗੁਰੂ ਜੀ ਫਰਮਾਓ। ਗੁਰੂ ਜੀ ਫਰਮਾਓ। ਕਿਸੇ ਸ਼ਾਹੂਕਾਰ ਦੇ 2 ਕਰਜ਼ਾਈ ਸਨ। ਉਹਨੇ ਫਿਰ ਉਦਾਹਰਨ ਦਿੱਤੀ ਕਿ ਕਿਸੇ ਸ਼ਾਹੂਕਾਰ ਦੇ 2 ਕੀ ਕਰਜ਼ਾਈ ਸਨ, ਇੱਕ 250 ਰੁਪਏ, ਇੱਕ 250 ਰੁਪਏ ਅਤੇ ਦੂਜਾ 50 ਦਾ। ਦੂਜਾ 50 ਦਾ। ਜਾਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਾ ਸੀ, ਹਾਂ, ਤਾਂ ਉਹਨੇ ਦੋਹਾਂ ਨੂੰ ਬਖਸ਼ ਦਿੱਤਾ। ਉਹਨੇ ਦੋਵਾਂ ਨੂੰ ਕੀ ਕਰ ਦਿੱਤਾ, ਮਾਫ ਕਰ ਦਿੱਤਾ, ਬਖਸ਼ ਦਿੱਤਾ। ਸੋ ਉਹਨਾਂ ਵਿੱਚੋਂ ਹਾਂ, ਉਸ ਨਾਲ ਕਿਹੜਾ ਵਧੇਕ ਪਿਆਰ ਕਰੇਗਾ? 10 ਮੈਨੂੰ ਹੁਣ ਉਹਦੇ ਨਾਲ ਵਧੇਕ ਪਿਆਰ ਕੌਣ ਕਰੇਗਾ? ਸ਼ਮਾਉਨ ਨੇ ਉੱਤਰ ਉਹਨੇ ਦਿੱਤਾ, ਉੱਤਰ ਦਿੱਤਾ, ਮੇਰੀ ਜਾਂਚ ਵਿੱਚ ਮੇਰੀ ਜਾਂਚ ਦੇ ਵਿੱਚ ਉਹ ਜਿਹਨੂੰ ਉਸਨੇ ਵਧੇਕ ਬਖਸ਼ਿਆ। ਜਿਹਨੂੰ ਵਧੇਕ ਕੀਤਾ ਆ। ਯਿਸੂ ਮਸੀਹ ਨੇ ਕਿਹਾ ਵੀ ਤੂੰ ਠੀਕ ਨਿਬੇੜਾ ਕਰ ਦਿੱਤਾ ਹੈ। ਇਹ ਗੱਲ ਸੁਣ ਹੁਣ ਜਰਾ, ਆਹ ਪੜੋ। ਤਾਂ ਉਸਨੇ ਉਹਨੂੰ ਆਖਿਆ, ਹਾਂ, ਤੈਂ ਠੀਕ ਨਿਬੇੜਾ ਕੀਤਾ। ਹਾਂ, ਪੜੋ। ਫਿਰ ਉਹ ਤੀਵੀ ਦੇ ਵੱਲ ਮੂੰਹ ਫੇਰ ਕੇ ਸ਼ਮਾਉਨ ਨੂੰ ਆਖਿਆ, ਹਾਂ,
ਤੂੰ ਇਸ ਟੀਵੀ ਨੂੰ ਵੇਖਦਾ ਹੈ। ਇਹ ਹੁਣ ਸ਼ਮਾਉਨ ਨੇ ਤੀਵੀ ਨੂੰ ਕੀ ਕਰਦਾ ਹੈ? ਵੇਖਦਾ ਹੈ ਨਾ। ਮੈਂ ਤੇਰੇ ਘਰ ਆਇਆ, ਮੈਂ ਤੇਰੇ ਘਰ ਆਇਆ, ਤੂੰ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ, ਤੂੰ ਮੇਰੇ ਪੈਰਾਂ ਦੇ ਲਈ ਪਾਣੀ ਨਹੀਂ ਦਿੱਤਾ, ਪਰ ਇਹਨੇ ਮੇਰੇ ਪੈਰ ਹੰਝੂਆਂ ਨਾਲ ਭੇਵੇ ਤੇ ਇਹਨੇ ਮੇਰੇ ਪੈਰ ਆਪਣੇ ਹੰਝੂਆਂ ਨਾਲ ਭੇਏ ਆ ਅਤੇ ਆਪਣੇ ਵਾਲਾਂ ਨਾਲ ਪੂੰਝੇ। ਤੇ ਆਪਣੇ ਵਾਲਾਂ ਦੇ ਨਾਲ ਕੀ ਕੀਤੇ ਆ? ਪੂੰਝੇ ਆ। ਤੂੰ ਮੈਨੂੰ ਨਾ ਚੁੰਮਿਆ, ਤੂੰ ਮੈਨੂੰ ਚੁੰਮਿਆ ਹੀ ਨਹੀਂ। ਪਰ ਇਹ ਜਦੋਂ ਦਾ ਮੈਂ ਇੱਥੇ ਆਇਆ, ਮੈਂ ਜਦੋਂ ਦਾ ਇੱਥੇ ਆਇਆ, ਮੇਰੇ ਪੈਰ ਚੁੰਮਣ ਤੋਂ ਨਹੀਂ ਹਟੇ। ਇਹ ਮੇਰੇ ਪੈਰ ਚੁੰਮਣ ਤੋਂ ਹੀ ਨਹੀਂ ਹਟਣ ਦੀ। ਹਾਲੇਲੂਇਆ। ਹੁਣ ਜਿੰਨੇ ਸੱਦਿਆ ਆ ਉਹਦੇ ਅੰਦਰ ਪ੍ਰਭੂ ਯੀਸ਼ੂ ਮਸੀਹ ਦੇ ਲਈ ਕੋਈ ਇੱਜ਼ਤ, ਇਹ ਬਾਹਰੋਂ ਆਣ ਕੇ ਪ੍ਰਭੂ ਯੀਸ਼ੂ ਮਸੀਹ ਦੀ ਇੱਜ਼ਤ ਕਰੀ ਜਾ ਰਹੀ ਆ, ਔਰ ਜਿਹੜਾ ਇੱਜ਼ਤ ਕਰਦਾ ਉਹ ਕੁਝ ਪ੍ਰਾਪਤ ਕਰਦਾ। ਹਾਲੇਲੂਇਆ। ਤੇ ਪ੍ਰਭੂ ਯੀਸ਼ੂ ਕਹਿ ਰਿਹਾ ਵੀ ਮੈਂ ਕਦੋਂ ਦਾ ਆਇਆ ਤੇ ਇਹ ਮੇਰੇ ਪੈਰ ਚੁੰਮਣ ਨਹੀਂ ਹਟੀ। ਹਾਂ, ਤੂੰ ਮੇਰੇ ਸਿਰ ਉੱਤੇ ਤੇਲ ਨਾ ਮਲਿਆ, ਤੂੰ ਮੇਰੇ ਸਿਰ ਤੇ ਵੀ ਤੇਲ ਨਾ ਮਲਿਆ, ਪਰ ਇਸਨੇ ਮੇਰੇ ਪੈਰਾਂ ਨੂੰ ਅਤਰ ਮਲਿਆ। ਤੇ ਇਹਨੇ ਅਤਰ ਮਲ ਦਿੱਤਾ। ਹਾਲੇਲੂਇਆ। ਇਹ ਅਤਰ ਲੈ ਕੇ ਆਈ ਨਾਲ ਤੇ ਮੇਰੇ ਇਹਨੇ ਕੀ ਮਲਿਆ ਆ? ਪੈਰਾਂ ਨੂੰ ਅਤਰ ਮਲਿਆ। ਹਾਂ, ਇਸ ਕਾਰਨ ਮੈਂ ਤੈਨੂੰ ਆਖਦਾ ਹਾਂ, ਮੈਂ ਤੈਨੂੰ ਹੁਣ ਆਖਦਾ, ਇਹਦੇ ਪਾਪ ਜੋ ਬਹੁਤੇ ਹਨ, ਇਹਦੇ ਪਾਪ ਜਿਹੜੇ ਬਹੁਤੇ ਆ ਨਾ, ਸੋ ਮਾਫ ਕੀਤੇ ਗਏ। ਉਹ ਮਾਫ ਕੀਤੇ ਗਏ। ਕਿਉਂ? ਹਾਲੇਲੂਇਆ। ਇਹਦੇ ਪਾਪ ਹੁਣ ਮਾਫ ਕੀਤੇ ਗਏ ਆ, ਕਿਉਂਕਿ ਇਹ ਜਦੋਂ ਦੀ ਵਿਆਹੀ ਹੈ ਉਦੋਂ ਦੀ ਮੇਰੇ ਪੈਰਾਂ ਨੂੰ ਕੀ ਕਰ ਰਹੀ ਆ? ਚੁੰਮੀ ਜਾ ਰਹੀ ਆ। ਮੇਰੇ ਪੈਰਾਂ ਤੇ ਮੇਰੇ ਚਰਨਾਂ 'ਚ ਡਿੱਗੀ ਆ। ਇਹ ਝੁਕ ਗਈ ਆ। ਜਿਹੜੇ ਝੁਕ ਜਾਂਦੇ ਨੇ, ਜਿਹੜੇ ਅਧੀਨ ਹੋ ਜਾਂਦੇ ਨੇ, ਖੁਦਾ ਦੀ ਕਿਰਪਾ ਉਹਨਾਂ ਦੀ ਹੋ ਜਾਂਦੀ ਹੈ। ਹਾਲੇਲੂਇਆ। ਜਿਹੜੇ ਨਮਰ ਹੁੰਦੇ ਨੇ, ਖੁਦਾ ਉਹਨਾਂ ਤੇ ਆਪਣੀ ਕਿਰਪਾ ਨੂੰ ਬਹਾਲ ਕਰ ਦਿੰਦਾ ਆ। ਹਾਲੇਲੂਇਆ। ਇਹਦੇ ਜਿਹੜੇ ਪਾਪ ਬਹੁਤੇ ਹੀ ਉਹ ਮਾਫ ਹੋ ਗਏ ਹੁਣ। ਹਾਂ, ਕਿਉਂਕਿ ਇਸਨੇ ਪਿਆਰ ਬਹੁਤ ਕੀਤਾ। ਇਹਨੇ ਪਿਆਰ ਬਹੁਤ ਕੀਤਾ ਹੈ। ਹਾਲੇਲੂਇਆ। ਹਾਂ, ਪਰ ਜਿਹਨੂੰ ਥੋੜਾ ਮਾਫ ਕੀਤਾ, ਹਾਂ, ਸੋ ਥੋੜਾ ਪਿਆਰ ਕਰਦਾ ਹੈ। ਹਾਂ। ਫਿਰ ਉਹਨੇ ਤੀਵੀ ਨੂੰ ਆਖਿਆ, ਉਹਨੇ ਫਿਰ ਤੀਵੀ ਨੂੰ ਵੀ ਆਖਿਆ, ਤੇਰੇ ਪਾਪ ਮਾਫ ਕੀਤੇ ਗਏ। ਤੇਰੇ ਪਾਪ ਮਾਫ ਕੀਤੇ ਗਏ। ਹਾਲੇਲੂਇਆ। 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 ਕਿਉਂਕਿ ਤੂੰ ਪਿਆਰ ਵਧੇਕ ਕੀਤਾ ਹੈ। ਹਾਲੇਲੂਇਆ। ਤੇਰੇ ਅੰਦਰ ਪਿਆਰ ਸੀ, ਤੇਰੇ ਅੰਦਰ ਆਦਰ ਸੀ ਮੇਰੇ ਪ੍ਰਤੀ, ਇਸ ਲਈ ਤੇਰੇ ਪਾਪ ਹੁਣ ਮਾਫ ਹੋ ਚੁੱਕੇ ਆ। ਹਾਲੇਲੂਇਆ। 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 ਕਿਉਂਕਿ ਉਹਦੇ ਅੰਦਰ ਪ੍ਰਭੂ ਦੇ ਪ੍ਰਤੀ ਜਿਹੜਾ ਪਿਆਰ, ਜਿਹੜੇ ਉਹਦੇ ਅੰਦਰ ਪ੍ਰਭੂ ਦੇ ਪ੍ਰਤੀ ਮੁਹੱਬਤ, ਉਹਦੇ ਕਾਰਨ ਉਹਦੇ ਪਾਪ क्षमा ਹੋ ਗਏ ਔਰ ਮੁਕਤੀ ਪ੍ਰਾਪਤ ਕਰ ਚੁੱਕੀ ਸੀ। ਹਾਲੇਲੂਇਆ। 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 ਇਸ ਲਈ ਪ੍ਰਭੂ ਦੇ ਦਾਸਾਂ ਦੇ ਲਈ, ਪ੍ਰਭੂ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਅੰਦਰ ਇੱਜ਼ਤ ਭਾਵਨਾ ਜਿਹੜੀ ਹੋਣੀ ਬੜੀ ਆ ਜ਼ਰੂਰੀ ਹੈ। ਇਸ ਤਰੀਕੇ ਨਾਲ ਅਸੀਂ ਖੁਦਾ ਦੇ ਕੋਲੋਂ ਬਰਕਤ ਨੂੰ ਪ੍ਰਾਪਤ ਕਰ ਸਕਦੇ ਹਾਂ। ਹਾਲੇਲੂਇਆ। तो खुदा ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ। ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ। ਸਾਰੀ